ਉਹ ਬਿੱਲਾ ਫੇਰ ਲਾਉਂਗੇ ਜਿਵੇਂ ਆਈ ਐਮ ਹਰਜੀਤ ਮੈਂ ਹਰਜੀਤ ਆ, ਜਿਵੇਂ ਤੁਸੀਂ ਮੂਵਮੈਂਟ ਚਲਾਈ ਸੀ ਤੇ ਅੱਜ ਬਿੱਲਾ ਲਾਉਂਗੇ ਕਿ ਮੈਂ ਨਵਦੀਪ ਆ ਜਾਂ ਮੈਂ ਨਵਦੀਪ ਨਾਲ ਖਲੋਤਾ। ਤੇ ਜੇ ਡੀਜੀਪੀ ਸਾਹਿਬ ਨਹੀਂ ਲਾਉਣਗੇ ਫਿਰ ਸਮੁੱਚਾ ਮੈਂ ਅੱਜ ਬੇਨਤੀ ਕਰਦਾ ਕਿ ਜਿਹੜੇ ਇਨਸਾਫ ਪਸੰਦ ਨੇ, ਜਿਹੜੇ ਪੁਲਿਸ ਦੇ ਸੌਖੇ ਸਮੇਂ ਤੇ ਉਹਨਾਂ ਦੀ ਮਿਹਨਤ ਨੂੰ ਸਤਿਕਾਰ ਕਰਦੇ ਆ, ਫਿਰ ਅਸੀਂ ਸਾਰੇ ਰਲ ਮਿਲ ਕੇ ਇੱਕ ਦਿਨ ਜ਼ਰੂਰ ਆਪਦੇ ਇੱਥੇ ਇਹ ਬਿੱਲਾ ਲਾ ਕੇ ਉਸ ਨਵਦੀਪ ਨੂੰ ਸਤਿਕਾਰ ਦੇਵਾਂਗੇ ਜਿਹਨੂੰ ਸਤਿਕਾਰ ਡੀਜੀਪੀ ਸਾਹਿਬ ਨੂੰ ਦੇਣਾ ਚਾਹੀਦਾ। ਜੇ ਉਹ ਆਪਦੀ ਡਿਊਟੀ ਚੋਂ ਭੱਜਣਗੇ ਪਿੱਛੇ, ਅਸੀਂ ਉਹਦੇ ਨਾਲ ਖਲੋ ਕੇ ਉਹਦੇ ਸਤਿਕਾਰ ਵਜੋਂ ਸਾਰੇ ਮੈਂ ਨੌਜਵਾਨਾਂ ਨੂੰ ਕਹੂੰਗਾ ਕਿ ਨਵਦੀਪ ਦੇ ਨਾਂ ਤੇ ਜ਼ਰੂਰ ਸਤਿਕਾਰ ਵਜੋਂ ਆਪਾਂ ਇੱਕ ਦਿਨ ਉਹਦਾ ਬਿੱਲਾ ਲਾ ਕੇ ਗੱਲ ਕਹੀਏ ਮੈਂ ਨਵਦੀਪ ਸਿੰਘ ਦੇ ਨਾਲ। ਦੇਖੋ ਇਹ ਮੈਂ ਤਾਂ ਪਹਿਲਾਂ ਆਸ ਕਰੂੰਗਾ ਕਿ ਇਹ ਡੀਜੀਪੀ ਸਾਹਿਬ ਆਪ ਕਰਨ। ਜੇ ਡੀਜੀਪੀ ਸਾਹਿਬ ਹਰਜੀਤ ਨਾਲ ਖਲੋ ਸਕਦੇ ਆ ਫॉर ਡੂਇੰਗ ਹਿਸ ਡਿਊਟੀ, ਫਿਰ ਡੀਜੀਪੀ ਸਾਹਿਬ ਨਵਦੀਪ ਨਾਲ ਵੀ ਖਲੋਣ। ਉਹਦਾ 24 ਸਾਲ ਦਾ ਯੰਗ ਮੁੰਡਾ, ਉਹਨੂੰ ਵੀ ਹੌਸਲੇ ਅਫਜਾਈ ਦੀ ਲੋੜ ਆ, ਉਹਦੇ ਨਾਲ ਵੀ ਖਲੋਣ। ਨਹੀਂ ਤਾਂ ਦੋਹਰੇ ਮਾਪਦੰਡ, ਦੋਹਰੇ ਚਿਹਰੇ ਸਰਕਾਰ ਦੇ ਨੰਗੇ ਹੋ ਜਾਣੇ ਤੁਹਾਡੇ ਸਾਹਮਣੇ। ਕੋ ਚੰਗਾ ਹੁੰਦਾ ਕਿ ਸਰਕਾਰ ਆਨਲਾਈਨ ਡਿਲੀਵਰੀ ਰਾਸ਼ਨ ਦੀ ਕਰਦੀ, ਬੱਚਿਆਂ ਨੂੰ ਦੁੱਧ ਪਹੁੰਚਾਉਂਦੀ, ਲੋੜਵੰਦ ਵਸਤੂਆਂ ਦੀ ਕਰਕੇ ਦਿੰਦੀ। ਜਿਹੜਾ ਪਿਛਲੇ 40 ਦਿਨਾਂ ਤੋਂ ਜਿਹਦਾ ਰੌਲਾ ਪੈ ਰਿਹਾ ਕਿ ਘਰੇ ਰਾਸ਼ਨ ਨਹੀਂ ਪਹੁੰਚ ਰਿਹਾ, ਜੇ ਰਾਸ਼ਨ ਦਾ ਪੱਖਪਾਤੀ ਵੰਡ ਦੇ ਰਵੱਈਏ ਬਾਰੇ ਹਰੇਕ ਨੇ ਚਿੰਤਾ ਜਤਾਈ। ਔਰ ਜੋ ਸੋਸ਼ਲ ਰਿਸਪੌਂਸਿਬਿਲਿਟੀ ਸਰਕਾਰ ਦੀ, ਇੱਕ ਸੂਬਾ ਵੈਲਫੇਅਰ ਸੂਬਾ ਹੁੰਦਾ, ਵੈਲਫੇਅਰ ਸਟੇਟ ਦੀ ਜ਼ਿੰਮੇਵਾਰੀਆਂ ਨੂੰ ਸਮਝਦਿਆਂ ਚੰਗਾ ਹੁੰਦਾ ਕਿ ਲੋਕਾਂ ਦੇ ਘਰਾਂ 'ਚ ਜਿਨ੍ਹਾਂ ਦੀ ਦਿਹਾੜੀ ਮਰ ਗਈ ਹੈ ਉਹਨਾਂ ਨੂੰ 6000 ਰੁਪਈਆ ਪ੍ਰਤੀ ਮਹੀਨਾ ਦਿਹਾੜੀ ਪਹੁੰਚੀ ਹੁੰਦੀ। ਜਿਨ੍ਹਾਂ ਨੂੰ ਬਿਜਲੀ ਦੇ ਬਿੱਲ ਪੂਰੇ ਦੇਣੇ ਪੈ ਰਹੇ ਆ ਮਗਰ ਉਹਨਾਂ ਦੀ ਆਮਦਨ ਕੋਈ ਨਹੀਂ, ਘਰਾਂ ਦੀ ਬਿਜਲੀ ਅੱਧੀ ਕੀਤੀ ਗਈ ਹੁੰਦੀ। ਬਿਜਲੀ ਪਾਣੀ ਦੇ ਬਿੱਲ ਔਰ ਬਿਜਲੀ ਦੇ ਬਿੱਲ ਗਰੀਬਾਂ ਵਾਸਤੇ, ਬੈਕਵਰਡ ਕਲਾਸ ਸ਼ਡਿਊਲ ਕਾਸਟ ਵੀਰਾਂ ਵਾਸਤੇ ਮਾਫ ਕੀਤੇ ਗਏ ਹੁੰਦੇ। ਔਰ ਉਸ ਤੋਂ ਬਾਅਦ ਕੋਈ ਸਰਕਾਰ ਕੁਝ ਹੋਰ ਕੰਮ ਕਰਦੀ ਤੇ ਉਹ ਫੇਰ ਅਸੀਂ ਕਿੰਤੂ ਪਰੰਤੂ ਨਾ ਕਰਦੇ। ਮਗਰ ਅੱਜ ਜਦ ਖਾਣ ਨੂੰ ਤਾਂ ਰੋਟੀ ਮਿਲ ਨਹੀਂ ਰਹੀ, ਪੰਜਾਬੀ ਭੁੱਖਾ ਸੋ ਰਿਹਾ, ਲੇਬਰ ਤੁਹਾਡੀ ਜਿਹੜੀ ਬੈਕਬੋਨ ਹੈ ਇਕਨੋਮੀ ਦੀ, ਉਹ ਇਸ ਦਰਦ ਕਰਕੇ, ਇਸ ਦੁੱਖ ਕਰਕੇ 1200 ਕਿਲੋਮੀਟਰ ਆਪਦੇ ਸਾਈਕਲ ਚਲਾ ਕੇ ਤੁਰ ਕੇ ਆਪਦੇ ਘਰਾਂ ਨੂੰ ਮੁੜੀ ਜਾਂਦੇ। ਅੱਜ ਵੀ 8.5 ਲੱਖ ਰਜਿਸਟਰਡ ਹੋ ਗਏ ਆ। ਜੇ ਇਹੀ ਧਿਆਨ ਇਹਨਾਂ ਉਹਨਾਂ ਦੇ ਘਰ ਤੱਕ ਰੋਟੀ ਪਹੁੰਚਾਉਣ ਨੂੰ ਲਾਇਆ ਹੁੰਦਾ ਤੇ ਅੱਜ ਉਹ ਪੰਜਾਬ ਛੱਡ ਕੇ ਆਪਦੇ ਘਰਾਂ ਨੂੰ ਵਾਪਸ ਨਾ ਜਾਂਦੇ ਔਰ ਪੰਜਾਬ ਦੀ ਇਕਨੋਮੀ ਨੂੰ ਵੱਡਾ ਹਿੱਟ ਲੱਗਣ ਤੋਂ ਬਚਾ ਰਹਿ ਜਾਂਦਾ। 1.5 ਮਹੀਨੇ ਤੋਂ ਹੋਮ ਡਿਲੀਵਰੀ ਹੋ ਰਹੀ ਹੈ ਸਰ। ਦੇਖੋ ਪਿਛਲੇ 40-45 ਦਿਨਾਂ 'ਚ ਸ਼ਰਮਾ ਜੀ ਇਸ ਬਾਰੇ ਵੱਧ ਦੱਸ ਦੇਣਗੇ। ਇਹਨਾਂ ਨੇ ਆਪ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਵੇਚਦੇ ਲੋਕਾਂ ਨੂੰ ਫੜਿਆ ਔਰ ਕਾਂਗਰਸ ਦੇ ਲੀਡਰ ਪ੍ਰੋਪਰ ਇਹ ਦੱਸ ਹੀ ਦਿੰਦੇ ਆ। ਉਸ ਤੋਂ ਪਹਿਲਾਂ ਖੰਨੇ ਵੀ ਇੱਕ ਪਰਦਾ ਫਾਸ਼ ਹੋਇਆ ਸੀ, ਫੈਕਟਰੀ ਚੱਲ ਰਹੀ ਸੀ, ਹਰ ਤਰੀਕੇ ਦੀ ਸ਼ਰਾਬ ਬਣ ਰਹੀ ਸੀ, ਮਗਰ ਉਹਦੇ ਪਿੱਛੇ ਅਸਲ ਕੌਣ ਸੀ ਉਹਨਾਂ ਤੇ ਕੋਈ ਕਾਰਵਾਈ ਨਹੀਂ। ਰਾਜਪੁਰੇ 'ਚ ਹੁੱਕਾ ਪਾਰਟੀ, ਸ਼ਰਾਬ ਪਾਰਟੀਆਂ ਚੱਲ ਰਹੀਆਂ ਸੀ, ਅਸਲ 'ਚ ਪਿੱਛੇ ਕਿਸੇ ਤੇ ਕਾਰਵਾਈ ਨਹੀਂ ਹੋਈ ਕਿ ਕੌਣ ਚਲਾ ਰਿਹਾ ਸੀ। ਆਫਟਰ ਆਲ ਇਹ ਸਾਰਾ ਕੁਝ ਸਿਆਸੀ ਸਰਪ੍ਰਸਤੀ ਤੋਂ ਬਗੈਰ ਨਹੀਂ ਚੱਲ ਸਕਦਾ। ਰੋਪੜ 'ਚ ਐਸਡੀਐਮ ਜਿਹੜੀ ਮੌਕੇ ਦੀ ਡਿਜ਼ਾਸਟਰ ਮੈਨੇਜਮੈਂਟ ਐਕਟ ਥੱਲੇ ਏਰੀਆ ਕਮਾਂਡਰ ਹੁੰਦੀ ਆ, ਉਹਨੇ ਐਮਐਲਏ ਦਰਸ਼ਨ ਲਾਲ ਜਿਹੜੇ ਕਾਂਗਰਸ ਦੇ ਬਲਾਚੌਰ ਦੇ ਐਮਐਲਏ, ਉਹਦੇ ਭਤੀਜੇ ਨੂੰ ਰੰਗੇ ਹੱਥੀ ਸ਼ਰਾਬ ਵੇਚਦੇ ਫੜਿਆ। ਇਸ ਲਈ ਕਾਂਗਰਸ ਪਾਰਟੀ ਹੋਮ ਡਿਲੀਵਰੀ ਸ਼ਰਾਬ ਦੀ ਪਿਛਲੇ 40 ਦਿਨਾਂ ਤੋਂ ਕਰ ਰਹੀ ਸੀ। ਮਗਰ ਹੁਣ ਇਹਨਾਂ ਨੂੰ ਕਿਹੜੀ ਗੱਲ ਦਾ, ਇਹ ਕੀ ਕਾਰਨ ਹੈ, ਕਿਉਂ ਕਰ ਰਿਹਾ? ਮੈਂ ਸਮਝਦਾ ਕਿ ਇਹ ਮੌਜੂਦਾ ਹੈਲਥ ਮਿਨਿਸਟਰ ਸਾਹਿਬ ਜੇ ਕਿੱਥੇ ਲੋਕਾਂ ਦੇ ਹੈਲਥ ਵੱਲ ਵੱਧ ਧਿਆਨ ਦੇ ਦੇਣ, ਆਪਣੇ ਠੇਕਿਆਂ ਵੱਲ ਘੱਟ ਧਿਆਨ ਦੇਣ ਤੇ ਬਿਹਤਰ ਹੁੰਦਾ, ਚੰਗਾ ਹੁੰਦਾ। ਮਗਰ ਇਹ ਜਦੋਂ ਸਰਕਾਰ ਦੀ ਪ੍ਰਾਇੋਰਟੀਜ਼ ਗਲਤ ਹੋ ਜਾਣ, ਇਹ ਉਹਦੇ ਨਤੀਜੇ ਸਾਹਮਣੇ ਵੇਖਣ। ਮੈਂ ਪਹਿਲਾਂ ਵੀ ਗੱਲ ਤੁਹਾਨੂੰ ਕੀਤੀ ਹੈ ਜੀ ਕਿ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵੀ ਜਦੋਂ ਇੰਦਰਾ ਗਾਂਧੀ ਨੇ ਅਟੈਕ ਕਰਾਉਣਾ ਸੀ, ਬੜਾ ਲੰਮਾ ਸਮਾਂ ਅਖਬਾਰਾਂ 'ਚ ਨੈਸ਼ਨਲੀ ਔਰ ਇੰਟਰਨੈਸ਼ਨਲੀ ਇਹ ਗੁਰੂ ਦੇ ਸਿੱਖਾਂ ਨੂੰ ਸ਼੍ਰੀ ਹਰਮੰਦਰ ਸਾਹਿਬ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਔਰ ਜਿੱਥੇ ਹਰ ਤਰੀਕੇ ਨਾਲ ਮਾਨਵਤਾ ਦੇ ਭਲੇ ਦੀ ਗੱਲ ਕੀਤੀ ਜਾਂਦੀ ਆ, ਉੱਥੋਂ ਬਦਨਾਮ ਕਰਕੇ ਔਰ ਫਿਰ ਉੱਥੇ ਅਟੈਕ ਕਰਾਇਆ ਗਿਆ ਕਾਂਗਰਸ ਵੱਲੋਂ। ਉਹੀ ਕੰਮ
ਹੁਣ ਸ੍ਰੀ ਹਜੂਰ ਸਾਹਿਬ ਦੇ ਸ਼ਰਧਾਲੂਆਂ ਨਾਲ ਕੀਤਾ ਜਾ ਰਿਹਾ ਔਰ ਤੁਹਾਡੇ ਸਾਹਮਣੇ ਹੀ ਆਇਆ। ਅਸੀਂ ਕਿਸੇ ਦੇ ਖਿਲਾਫ ਨਹੀਂ, ਸਾਰੇ ਪੰਜਾਬ ਦੇ ਵਸਨੀਕ ਵਾਪਸ ਆਉਣੇ ਚਾਹੀਦੇ, ਮਗਰ ਇਹ ਕਿਉਂ ਗੱਲ ਲੁਕੋ ਕੇ ਰੱਖੀ ਗਈ ਕਿ ਜਿਹੜੇ ਬੱਸਾਂ 'ਚ ਇਕੱਲੇ ਸ਼ਰਧਾਲੂ ਨਹੀਂ ਆਏ ਸੀ, ਜਿਹੜੇ ਮਹਾਰਾਸ਼ਟਰ ਦੇ ਵੱਖ-ਵੱਖ ਫੈਕਟਰੀਆਂ 'ਚ ਕੰਮ ਕਰ ਲਏ ਕਾਮੇ ਸਨ ਉਹ ਵੀ ਨਾਲ ਆਏ। ਇਹ ਗੱਲ ਦੱਸ ਦਿੰਦੇ, ਉਹਨਾਂ ਲਈ ਵੱਖਰੀਆਂ ਬੱਸਾਂ ਭੇਜ ਦਿੰਦੇ, ਲੈ ਆਉਂਦੇ, ਮਗਰ ਉਹਨਾਂ ਦੀ ਆੜ 'ਚ ਸ਼ਰਧਾਲੂਆਂ ਨੂੰ ਨਾਲ ਪੇਸ਼ ਕਰਕੇ ਸ਼ਰਧਾਲੂਆਂ ਨੂੰ ਬਦਨਾਮ ਕੀਤਾ ਗਿਆ। ਇਹ ਗੱਲ ਵੀ ਗਲਤ ਹੈ। ਕਮੀ ਪੇਸ਼ੀ ਸਰਕਾਰ ਦੀ ਹੈ, ਬਦਨਾਮੀ ਤੁਸੀਂ ਸ਼੍ਰੀ ਹਜ਼ੂਰ ਸਾਹਿਬ ਦੀ ਕਰੋ ਤੇ ਉੱਥੋਂ ਆਏ ਸੰਗਤ ਦੀ ਕਰੋ। ਇਹ ਗੱਲ ਗਲਤ ਹੈ, ਸੋਚ ਗਲਤ ਹੈ। ਕਿਸੇ ਨੂੰ ਲਿਆਉਣਾ ਕੋਈ ਮਾੜੀ ਗੱਲ ਨਹੀਂ, ਲਿਆਉਣੀ ਚਾਹੀਦੀ, ਜ਼ਿੰਮੇਵਾਰੀ ਹੈ। ਅੱਜ ਜੀ ਮੈਂ ਆਪਣੇ ਵੱਲੋਂ ਦਿਗਵਿਜੇ ਸਿੰਘ ਦੇ ਖਿਲਾਫ ਤੇ ਨਾਲ ਹੀ ਮਿਨਿਸਟਰ ਜਿਹੜੇ ਬਲਬੀਰ ਸਿੱਧੂ ਨੇ ਉਹਨਾਂ ਦੇ ਖਿਲਾਫ ਇੱਕ ਕੰਪਲੇਂਟ ਅੰਡਰ ਸੈਕਸ਼ਨ 295A 298 153A ਔਰ 153B IPC ਦੇ ਧਾਰਾ ਹੇਠ ਇੱਥੇ SHO ਸਾਹਿਬ ਨੂੰ ਥਾਣੇ 'ਚ ਆ ਕੇ ਦੇ ਕੇ ਚੱਲੇ ਆ ਔਰ ਉਹਦਾ ਕਾਰਨ ਬੜਾ ਸਪਸ਼ਟ ਹੈ ਕਿ ਸਾਰੇ ਦੁਨੀਆ 'ਚ ਤੁਸੀਂ ਆਪ ਵੇਖਿਆ ਕਿ ਚਾਹੇ ਉਹ ਮੌਜੂਦਾ ਰਾਸ਼ਟਰਪਤੀ ਨੇ, ਚਾਹੇ ਪ੍ਰਧਾਨ ਮੰਤਰੀ ਨੇ, ਚਾਹੇ ਸਾਬਕਾ ਪ੍ਰਧਾਨ ਮੰਤਰੀ ਨੇ, ਚਾਹੇ ਜਸਟਿਨ ਟਰੂਡੋ ਸਾਹਿਬ ਨੇ, ਸਾਰਿਆਂ ਨੇ ਇੱਥੋਂ ਕਿ ਪ੍ਰਿੰਸ ਚਾਰਲਸ ਤੱਕ ਨੇ ਵੀ ਜੋ ਗੁਰੂ ਦੇ ਸਿੱਖਾਂ ਨੇ, ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਇਸ ਮਹਾਮਾਰੀ ਦੇ ਸਮੇਂ 'ਚ ਜੋ ਨਿਸ਼ਕਾਮ ਸੇਵਾ ਕੀਤੀ ਹੈ, ਜੋ ਸਾਰੀ ਔਖੀਆਂ ਪ੍ਰਸਥਿਤੀਆਂ ਦੇ ਬਾਵਜੂਦ ਵੀ ਆਪਣੀ ਜਾਨ ਤੇ ਖੇਲ ਕੇ ਹਮੇਸ਼ਾ ਲੋਕਾਂ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਔਖੇ ਤੋਂ ਔਖੇ ਹਾਲਾਤਾਂ 'ਚ ਜਾ ਕੇ ਸੇਵਾ ਨਿਭਾ ਰਹੇ ਸੀ। ਉਹਨਾਂ ਸਭ ਦੀਆਂ ਭਾਵਨਾਵਾਂ, ਸਾਡੀਆਂ ਭਾਵਨਾਵਾਂ, ਮੇਰੀ ਆਪ ਦੀਆਂ ਭਾਵਨਾਵਾਂ ਇਸ ਗੱਲ ਤੋਂ ਬਹੁਤ ਵੱਡੇ ਪੱਧਰ ਤੇ ਦੁੱਖ ਦਰਦ ਪਹੁੰਚਿਆ ਕਿ ਇੱਕ ਸਾਬਕਾ ਮੁੱਖ ਮੰਤਰੀ ਹੋਣ 10 ਸਾਲ ਜਿਹੜੇ ਮੁੱਖ ਮੰਤਰੀ ਰਹੇ ਆ ਉਹਨਾਂ ਵੱਲੋਂ ਦੇਸ਼ ਨੂੰ ਜੋੜਨ ਦੀ ਗੱਲ ਕੀਤੀ ਜਾਵੇ ਤੇ ਜੱਚਦੀ ਹੈ, ਮਗਰ ਦੇਸ਼ ਨੂੰ ਵੰਡਣ ਦੀ ਜਦ ਗੱਲ ਕੀਤੀ ਜਾਵੇ ਤੇ ਸੁਭਾਵਿਕ ਉਹਨੂੰ ਬਰਦਾਸ਼ਤ ਕਰਨਾ ਬਿਲਕੁਲ ਔਖਾ ਹੋ ਜਾਂਦਾ। ਇੱਕ ਡਿਵਾਈਡ ਐਂਡ ਰੂਲ ਪਾਲਿਸੀ ਜਿਹੜੀ ਉਹਨਾਂ ਨੇ ਅਪਣਾਈ ਔਰ ਇਹ ਟਵੀਟ ਕੀਤੀ, ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਕਿਵੇਂ ਜਿਹੜਾ ਨਿਜ਼ਾਮੁਦੀਨ 'ਚ ਮਰਕਜ਼ ਸੀ ਜਮਾਤ, ਉਹਨਾਂ ਦਾ ਇਕੱਠ ਹੋਇਆ ਸੀ, ਉਹਨਾਂ ਬਾਰੇ ਟਿੱਪਣੀ ਔਰ ਉਹਦੇ ਨਾਲ ਕੰਪੈਰੀਜ਼ਨ ਕਰਕੇ ਇਹਨਾਂ ਨੇ ਇੱਕ ਟਵੀਟ ਕੀਤੀ। ਔਰ ਦੇਖੋ ਇਹ ਦਿਗਵਿਜੇ ਸਿੰਘ ਕੋਈ ਸਧਾਰਨ ਬੰਦੇ ਨਹੀਂ, ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਨੇ, ਲੀਡਰ ਨੇ, ਰਾਹੁਲ ਗਾਂਧੀ ਦੇ ਐਡਵਾਈਜ਼ਰ ਨੇ, ਗਾਂਧੀ ਪਰਿਵਾਰ ਦੇ ਬੜੇ ਵੱਡੇ ਚਹੇਤੇ ਨੇ। ਇਹ ਉਹੀ ਗਾਂਧੀ ਪਰਿਵਾਰ ਹੈ ਜਿਹਨੇ ਪਹਿਲਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਅਟੈਕ ਕਰਨਾ ਸੀ, ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਦੇ ਸਿੱਖਾਂ ਨੂੰ ਡਿਸਕ੍ਰੈਡਿਟ ਕਰਨ ਵਾਸਤੇ ਬਹੁਤ ਤਰੀਕੇ ਦੀਆਂ ਗੱਲਾਂ ਸਾਰੇ ਦੇਸ਼ ਦੁਨੀਆ 'ਚ ਫੈਲਾਈਆਂ। ਉਹੀ ਭਾਵਨਾਵਾਂ ਨੂੰ ਹੁਣ ਲੈ ਕੇ ਪੈਂਡੈਮਿਕ ਦੇ ਸਮੇਂ 'ਚ ਕਿਸੇ ਦੀ ਮੁਸ਼ਕਿਲ ਨੂੰ ਸਮਝਣਾ ਹਮਦਰਦੀ ਮੈਂ ਕਹਿ ਸਕਦਾ ਸੀ, ਮਗਰ ਹਮਦਰਦੀ ਕਰਨ ਦੀ ਜਗ੍ਹਾ ਟਵੀਟ ਕੀ ਕੀਤਾ, ਔਰ ਇਹ ਟਵੀਟ ਕੀਤਾ ਇਹਨਾਂ ਨੇ 3 ਮਈ ਨੂੰ, ਔਰ ਟਵੀਟ ਕਰਦੇ ਆ ਕੋਰੋਨਾ ਵਾਇਰਸ ਕਰਕੇ ਸਿੱਖ ਪਿਲਗ੍ਰਿਮਸ ਪੋਜ਼ ਫਰੈਸ਼ COVID-19 ਥ੍ਰੈਟ ਇਨ ਪੰਜਾਬ। ਫਿਰ ਅੱਗੇ ਕਹਿੰਦੇ ਐਨੀ ਕੰਪੈਰੀਜ਼ਨ ਵਿਦ ਤਬਲੀਗੀ ਮਰਕਜ਼, ਕਹਿਣ ਦਾ ਭਾਵ ਕਿ ਜੋ ਇਹ ਕੋਰੋਨਾ ਵਾਇਰਸ ਫੈਲ ਰਿਹਾ ਪੰਜਾਬ 'ਚ ਉਹਦਾ ਕਾਰਨ ਕੌਣ ਬਣਿਆ? ਉਹਦਾ ਕਾਰਨ ਬਣਿਆ ਗੁਰੂ ਦੇ ਸਿੱਖ ਜਿਹੜੇ ਤਖਤ ਸ੍ਰੀ ਹਜੂਰ ਸਾਹਿਬ। ਦੇਖੋ ਸਾਡੇ 5 ਮਹਾਨ ਤਖਤ ਨੇ ਔਰ ਇਹ ਉਹ ਪਵਿੱਤਰ ਤਖਤ ਹੈ ਜਿੱਥੇ ਲੋਕ ਜਾ ਕੇ ਨਤਮਸਤਕ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਖੁਸ਼ੀਆਂ ਲੈ ਕੇ ਆਉਂਦੇ ਤੇ ਇੱਥੇ ਚੱਪੇ ਚੱਪੇ ਤੇ ਸਾਹਿਬੇ ਕਮਾਲ ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਉਹਨਾਂ ਨੇ ਆਪ ਦੇ ਉੱਥੇ ਕਿਰਪਾ ਬਖਸ਼ਿਸ਼ ਕੀਤੀ ਹੈ।
ਔਰ ਉੱਥੇ ਜਿੱਥੇ ਗੁਰੂ ਗੱਦੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਖਸ਼ਿਸ਼ ਕੀਤੀ ਹੋਵੇ, ਉਹ ਥਾਂ ਨੂੰ ਜੇ ਕੋਈ ਨਸਮਸਤਕ ਹੋ ਕੇ ਆ ਰਿਹਾ, ਉਹਨਾਂ ਸ਼ਰਧਾਲੂਆਂ ਨੂੰ ਇਹ ਗੱਲ ਲਈ ਅਕਿਊਜ਼ ਕਰਨਾ ਕਿ ਪੰਜਾਬ 'ਚ ਆ ਕੇ ਉਹ ਕਰੋਨਾ ਵਾਇਰਸ ਫੈਲਾ ਰਿਹਾ, ਇਹ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ। ਔਰ ਦੁੱਖ ਦੀ ਗੱਲ ਇਹ ਹੈ ਕਿ ਇਹ ਟਵੀਟ ਕਰਨ ਤੋਂ ਬਾਅਦ ਅੱਜ 5 ਤਰੀਕ ਹੋ ਗਈ ਆ, ਮਾਫੀ ਨਹੀਂ ਹਲੇ ਤੱਕ ਸੁਣੀ। ਮੈਨੂੰ ਆਸ ਸੀ ਕਿ ਜੇ ਉਹਨਾਂ ਤੋਂ ਗਲਤੀ ਵੀ ਹੋ ਗਈ ਹੈ ਉਹਦਾ ਸਪਸ਼ਟੀਕਰਨ ਦੇਣਗੇ, ਕੋ ਮਾਫੀ ਮੰਗਣਗੇ, ਮਗਰ ਜਦੋਂ ਇਹ ਮਾਫੀ ਨਹੀਂ ਆਈ ਫਿਰ ਸਮਝ 'ਚ ਆ ਗਈ ਗੱਲ ਕਿ ਇਹ ਬੜੀ ਸੋਚੀ ਸਮਝੀ ਡਿਵਾਈਡ ਐਂਡ ਰੂਲ ਪਾਲਿਸੀ ਤਹਿਤ ਉਹਨਾਂ ਨੇ ਇਹ ਕੰਮ ਕੀਤਾ। ਔਰ ਇਸੇ ਤਰ੍ਹਾਂ ਬਲਬੀਰ ਸਿੱਧੂ ਨੇ ਇੱਕ ਬਿਆਨ ਦਿੱਤਾ, ਦੈਨਿਕ ਭਾਸਕਰ ਅਖਬਾਰ 'ਚ ਉਹ ਛਪਿਆ ਸੀ ਬੜੀ ਪ੍ਰੋਮੀਨੈਂਟਲੀ। ਆਓ ਖਬਰ ਹੈ, एक मंत्री की कह रहा, हजूर साहब के श्रद्धालुओं ने हमारी मेहनत पर पानी फेरा। सेहत मंत्री अगे बड़े ध्यान नाल मैं पढ़ी देना। पिछले दिन महीने से पंजाब के लोगों में बड़ी मुश्किल से जिंदगी गुजर कर रहे थे, लेकिन एकदम श्री हजूर साहब से पहुंचे श्रद्धालुओं के पॉजिटिव आने से सारी मेहनत पर पानी फिर गया है। सूबे के कई शहर में जो ग्रीन जोन में थे वो श्रद्धालुओं के कारण ऑरेंज जोन में पहुंच गए हैं। प्रदेश के स्वास्थ्य मंत्री बलबीर सिद्धू ने ये विचार एक विशेष बातचीत के दौरान व्यक्त किए। अगे गल नोट करने वाली है, उन्होंने कहा कि पहले एनआरआई, फिर तबलीगी और अब नांदेड़ साहब से बिना सरकारी इजाजत लिए पहुंचे श्रद्धालुओं से ने संक्रमित की संख्या बढ़ा दी है। उन्होंने खुद अस्पताल में पहुंचकर अपना चेकअप कराया। कहने का भाव कि उन्होंने भी ਜਿਹੜੇ श्री हजूर साहब तो गुरु ਦੇ सिख मुड़ के आए ਆ, ਉਹਨਾਂ ਨੂੰ ਜ਼ਿੰਮੇਵਾਰ ਠਹਿਰਾਤਾ ਕਿ ਇਹਨਾਂ ਦੇ ਕਾਰਨਾਂ ਕਰਕੇ ਇੱਥੇ ਕਰੋਨਾ ਵਾਇਰਸ ਸਪਰੈਡ ਹੋ ਰਿਹਾ। ਸੋ ਇਸ ਤਰੀਕੇ ਦੀ ਜਿਹੜੀ ਡਿਵਾਈਡ ਐਂਡ ਰੂਲ माड़ी सोच तक श्री हजूर साहब प्रति और उस पवित्र थां प्रति जिथे गुरु गोबिंद सिंह जी महाराज ने बहुत वड्डियां बख्शिशां गुरु दे सिखां ते कीती और गुरु दे सिखां नूं इस मत बख्शिश कीती कि अज तो थोड़े हाजिर नाजिर गुरु श्री गुरु ग्रंथ साहब महाराज सानू इस मत, सानू ये आदेश, सानू ये हुक्म गुरु गोबिंद सिंह जी महाराज ने तख्त श्री हजूर साहब पटना साहब, तख्त हजूर साहब जिथे अज है नंदेड़ साहब अबचल नगर तो यह हुक्म जारी होया सी, उस जगह नूं, उस पवित्र थां नूं किसी तरीके की भी जे कोई माड़ी सोच या टिप्पणी उतों के लोगों प्रति या उतों की पवित्र थां प्रति रखे वो बर्दाश्त तो बाहर है। और अफसोस की गल है कि दोवां दे कोल बड़ा लंबा समा सी माफ़ी मंगण दा, मगर ना माफ़ी मंगी और अपनी गल नूं बार बार दोहरा के स्पष्ट करने की कोशिश की कि हाँ असी जो कहा सही किया। तुसी कुछ कहना कह दो, तुसी अपना देखो। बड़े दुख की गल है कि एक पासे तो मुख्यमंत्री साहब ते सारे कह रहे हैं जी कि साडी पुलिस फोर्स कोरोना वॉरियर्स है, दूजे पासे ਜਿਹੜੇ ਸਰਕਾਰ ਦੇ ਨੁਮਾਇੰਦੇ ਨੇ, ਸਰਕਾਰ ਦੇ ਜਿਹੜੇ ਐਮਐਲਏ ਉਹ ਕਰੋਨਾ ਵਾਰੀਅਰਸ ਦਾ ਕਿੰਨਾ ਸਤਿਕਾਰ ਕਰ ਰਹੇ ਆ। ਅੱਜ ਉਸ ਆਡੀਓ ਨੇ ਉਸ ਗੱਲ ਦਾ ਪਰਦਾਫਾਸ਼ ਕਰਤਾ। ਐਮਐਲਏ ਸਾਹਿਬ ਨੇ ਫੋਨ ਕੀਤਾ ਔਰ ਬੜੇ ਰਿਸਪੈਕਟਫੁਲੀ ਨਵਦੀਪ ਜਿਹੜਾ ਉਹ ਹਰੀਕੇ ਦਾ ਸਬ ਇੰਸਪੈਕਟਰ ਨਵਾਂ ਭਰਤੀ ਯੰਗ ਮੁੰਡਾ, ਉਹਨੇ ਬੜੇ ਰਿਸਪੈਕਟਫੁਲੀ ਸਤਿ ਸ੍ਰੀ ਅਕਾਲ ਕਹੀ। ਅੱਗਿਓਂ ਐਮਐਲਏ ਸਾਹਿਬ ਦੀ ਜੋ ਸ਼ਬਦਾਵਲੀ ਸੀ ਉਹੀ ਸ਼ਬਦਾਵਲੀ ਸੀ ਜਿਹੜੀ ਘੁਬਾਇਆ ਸਾਹਿਬ ਨੇ ਇੱਕ ਲੇਡੀ ਪੁਲਿਸ ਅਫਸਰ ਦੇ ਖਿਲਾਫ ਕੁਝ ਸਮਾਂ ਪਹਿਲਾਂ ਵਰਤੀ ਸੀ। ਔਰ ਇਹ ਗੱਲ ਬਾਰ-ਬਾਰ ਕਹਿਣੀ ਕਿ ਤੂੰ ਆਪਦੇ ਐਸਐਸਪੀ ਨਾਲ ਗੱਲ ਕਰ ਲਈ ਤੇ ਮੇਰੇ ਨਾਲ ਕਿਉਂ ਨਾ ਕੀਤੀ। ਤੂੰ 3 ਦਿਨ ਹੋ ਗਏ ਤੈਨੂੰ ਲੱਗਿਆ ਨੂੰ, ਤੂੰ ਮੈਨੂੰ ਸਤਿ ਸ੍ਰੀ ਅਕਾਲ ਕਿਉਂ ਨਹੀਂ ਬੁਲਾਈ। ਉਹ ਐਰੋਗੈਂਸ ਔਰ ਉਹ ਇਸ਼ਾਰਾ ਜਿਸ ਘਟੀਆ ਸ਼ਬਦਾਵਲੀ ਇਹ ਹਰਮਿੰਦਰ ਗਿੱਲ ਨੇ ਵਰਤੀ ਹੈ, ਉਸ ਤੋਂ ਇਹ ਸਾਫ਼ ਹੋ ਜਾਂਦਾ ਕਿ ਇਹ ਕੱਲਾ ਪੀਆਰ ਐਕਸਰਸਾਈਜ਼ ਹੈ ਕਿ
ਜਿਹੜੇ ਫਰੰਟ ਲਾਈਨ ਵਾਰੀਅਰਸ ਨੇ ਉਹਨਾਂ ਦੇ ਪ੍ਰਤੀ ਇਹਨਾਂ ਦੀ ਸੋਚ ਕੀ ਹੈ ਜਾਂ ਉਹਨਾਂ ਦਾ ਕਿੰਨਾ ਸਤਿਕਾਰ ਇਹ ਕਰਦੇ ਆ। ਇਹ ਕਈ ਡਾਕਟਰਾਂ ਨੇ ਨਰਸਾਂ ਨੇ ਵੀ ਆਪਦੇ ਬਿਆਨ ਦੇ ਕੇ ਸਪਸ਼ਟ ਕਰਤਾ ਔਰ ਅੱਜ ਇਸ ਆਡੀਓ ਨੇ ਵੀ ਸਪਸ਼ਟ ਕਰਤਾ। ਇਸ ਲਈ ਮੈਂ ਸਮਝਦਾ ਕਿ ਕਿਸੇ ਫਰੰਟ ਲਾਈਨ ਵਾਰੀਅਰ ਨੂੰ ਆਪਣੀ ਡਿਊਟੀ ਨਿਭਾਉਣ ਦੇ ਵੇਲੇ ਵਿਘਨ ਪਾਉਣ ਵਾਸਤੇ ਐਮਐਲਏ ਦੇ ਖਿਲਾਫ ਕਾਰਵਾਈ ਹੋਵੇ ਡਿਜ਼ਾਸਟਰ ਮੈਨੇਜਮੈਂਟ ਐਕਟ ਥੱਲੇ, ਤੇ ਜੇ ਕਾਰਵਾਈ ਨਹੀਂ ਹੋਊਗੀ ਤੇ ਕਿਤੇ ਨਾ ਕਿਤੇ ਫਿਰ ਇਹ ਗੱਲ ਸਪਸ਼ਟ ਹੈ ਕਿ ਇਹ ਸਾਰਾ ਕੁਝ ਇੱਕ ਪੀਆਰ ਡਰਾਮਾ ਕੈਪਟਨ ਅਮਰਿੰਦਰ ਦੀ ਸਰਕਾਰ ਦਾ ਔਰ ਕੁਝ ਨਹੀਂ। ਔਰ ਦੂਜੀ ਗੱਲ, ਮੈਂ ਡੀਜੀਪੀ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਪਿਛਲੀ ਵਾਰੀ ਜਦੋਂ ਐਸਐਚਓ ਲੇਡੀ ਅਫਸਰ ਐਸ ਲਵਪ੍ਰੀਤ ਕੌਰ ਸੀ ਜਾਂ ਲਵਮੀਤ ਸੀ ਉਹਨਾਂ ਦਾ ਨਾਮ ਘੁਬਾਇਆ ਦੇ ਨਾਲ ਜਦੋਂ ਵੀਡੀਓ ਆਈ ਸੀ ਉਹਦੇ ਬਾਅਦ ਉਹਦੀ ਬਦਲੀ ਕਰਤੀ।